नानक राज चलाया सचकोट सताणी नींद लहणे तरियों छत सिर कर सिफती अमृत पींद मत गुर आत्म देव दी खड़क जोर पाकुर जीद नानक राज चलाया सचकोट सताणी नींद गुर चेले रहरास की नानक सलामत थींद शह टिका दे तो सजींद नानक राज चलाया सचकोट सताणी नींद शह टिका दे तो सजींद गुर अंगते अमृत बिरख अमृत फल फलिया ज्योति जोत जगायन दीवे ते ज्यों दीवा बलिया जागत जोत चवर शतर तख्त मालक बाणी के बुहित पतत पावन सतगुरु धन धन साहिब श्री गुरु ग्रंथ साहिब महाराज जी की पावन पवित्र हजूरी विच अकाल पुरख जी की बख्शिश के नाल सतगुरां दे दर्शन परसन दा सुभाग सानू सबना नूं प्राप्त होया। सतगुरु कृपा रहमत करन साडा सारियां दा मन गुरु चरनां दे नाल सजीवी तौर ते जुड़िया रहे। दूसरे पातशाह धन धन साहिब श्री गुरु अंगद साहिब महाराज जी का गुरता गद्दी दिवस सतगुरु पातशाह जी की कृपा के नाल अज मनाया जा रहा है। गुरबाणी का कीर्तन आप जी ने सरवण किया। गुरु अंगद साहिब महाराज जी के जीवन की वडियाई उन्होंने उपदेश की सिखियावां असीं सरवण करनियां हन। सब तो पहला आओ गुरु गोबिंद सिंह महाराज जी की बख्शिश की हुई फतेह सत्कार सहित प्रवान करनी जी। वाहिगुरु जी का खालसा वाहिगुरु जी की फतेह। धन धन साहिब श्री गुरु अंगद साहिब महाराज जिन्होंने गुरु नानक साहिब महाराज जी ने अपने अस्थान से सुशोभित किया और गुरु अंगद साहिब महाराज जी ने गुरु नानक साहिब जी के द्वारा दी हुई जिम्मेवारी बखूबी ढंग के नाल निभाया और गुरु नानक साहिब महाराज जी की जो सिक्ख्या जो उन्होंने विचार सन उस विचार नूं होर दुनिया तक उन्होंने प्रचारिया ते प्रसारिया। गुरु नानक साहिब महाराज जी ने जिहड़ा सच दा राज चलाया ते जिहड़ी पक्की नींह रखी ते उही राज दा जो छतर है वो गुरु अंगद साहिब महाराज जी के शीश से चुला दिता। ये बारे असी बड़े सोहने वचन भाई सत्ता ते बलवंड राम कली की वार दे विच उन्होंने उच्चारण किए हुए नाम करता कादर करे क्यों बोल होवे जो खीम दै दे गुणा सत भैन भराव है पारंगत दान पड़ीम दै।
ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੈ। ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਚਲਾਇਆ ਹੈ, ਸੱਚ ਕੋਟ ਸਤਾਣੀ, ਕੋਟ ਦਾ ਅਰਥ ਹੁੰਦਾ ਕਿਲਾ, ਉਹ ਸੱਚ ਦਾ ਕਿਲਾ ਜਿਹੜਾ ਉਹਦੀਆਂ ਪੱਕੀਆਂ ਨੀਹਾਂ ਰੱਖੀਆਂ। ਔਰ ਅਗਲੀ ਗੱਲ ਆਖੀ ਹੈ, ਲਹਿਣੇ ਧਰਿਉਣ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਗੁਰੂ ਅੰਗਦ ਸਾਹਿਬ ਮਹਾਰਾਜ, ਭਾਈ ਲਹਿਣੇ ਦਾ ਅਰਥ ਹੈ ਗੁਰੂ ਅੰਗਦ ਸਾਹਿਬ। ਗੁਰੂ ਅੰਗਦ ਸਾਹਿਬ ਦੇ ਸੀਸ ਦੇ ਉੱਤੇ ਛਤਰ ਝੁਲਾ ਦਿੱਤਾ। ਕਰ ਸਿਫਤੀ ਅੰਮ੍ਰਿਤ ਪੀਵਦੈ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਵਡਿਆਈ, ਉਹਨਾਂ ਦੀ ਸਿਫਤ ਸਲਾਹ ਰੂਪੀ ਜੋ ਅੰਮ੍ਰਿਤ ਹੈ, ਉਹ ਵਡਿਆਈ ਕਰਨ ਵਾਲੇ ਪੀਂਦੇ ਨੇ। ਔਰ ਇੱਕ ਗੱਲ ਬੜੀ ਸੋਹਣੀ ਫਰਮਾਨ ਕੀਤੀ ਗਈ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਹੈ। ਇਹਦੇ ਵਿੱਚ ਖਾਸ ਕਰਕੇ ਗੁਰੂ ਸਾਹਿਬ ਨੇ ਆਖਿਆ, ਭਾਈ ਬਲਵੰਡ ਜੀ ਨੇ, ਉਹ ਕਹਿੰਦੇ ਨੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ। ਇਹਦਾ ਅਰਥ ਹੈ ਕਿ ਆਪ ਆਪਣੀ ਸਲਾਮਤੀ ਦੇ ਸਮੇਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਸਿੱਖ ਭਾਈ ਲਹਿਣਾ ਜੀ ਦੀ ਰਹਿ ਰਾਸ ਕੀਤੀ। ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਆਪਣੇ ਚੇਲੇ ਦੀ ਰਹਿ ਰਾਸ ਕੀਤੀ। ਰਹਿ ਰਾਸ ਦਾ ਅਰਥ ਸੀ ਕਿ ਉਹਨਾਂ ਨੂੰ ਆਪਣੀ ਪੂੰਜੀ, ਆਪਣਾ ਖਜ਼ਾਨਾ ਸੌਂਪਿਆ ਤੇ ਆਪਣੇ ਸਥਾਨ ਤੇ ਸੁਸ਼ੋਭਿਤ ਕਰਕੇ ਉਹਨਾਂ ਦੇ ਅੱਗੇ ਸਿਰ ਝੁਕਾ ਦਿੱਤਾ, ਸ਼ੀਸ਼ ਝੁਕਾਇਆ। ਔਰ ਆਪਣੀ ਸਲਾਮਤੀ ਦੇ ਸਮੇਂ ਤੇ, ਇਹ ਇੱਕ ਬੜੀ ਵੱਡੀ ਗੱਲ ਹੈ। ਇਹਨੂੰ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆਹ ਜਿਹੜੀ ਵਿਚਾਰ ਸੀ ਨਾ, ਬੜੀ ਪਰਪੱਕਤਾ ਦੇ ਨਾਲ ਨਿਭਾਈ ਗਈ ਹੈ। ਕਾਰਨ ਕੀ ਹੈ ਕਿ ਜੇ ਆਪਣੇ ਸਮੇਂ ਦੇ ਉੱਤੇ ਆਪ ਜ਼ਿੰਮੇਵਾਰੀ ਕਿਸੇ ਨੂੰ ਅੱਗੇ ਨਾ ਦਿੱਤੀ ਜਾਵੇ ਤੇ ਪਿੱਛੇ ਝਗੜੇ ਵੀ ਪੈਂਦੇ ਨੇ, ਤੇ ਹੋ ਸਕਦਾ ਉਹ ਤਖਤ, ਉਹ ਜ਼ਿੰਮੇਵਾਰੀ ਉਹਨਾਂ ਦੇ ਹੱਥਾਂ ਵਿੱਚ ਚਲੀ ਜਾਵੇ ਜਿਹੜੇ ਯੋਗ ਨਾ ਹੋਣ। ਇਹੀ ਕਾਰਨ ਹੈ ਗੁਰੂ ਨਾਨਕ ਸਾਹਿਬ ਨੇ ਆਪ ਖੁਦ ਹੁਕਮ ਕੀਤਾ ਤੇ ਆਪਣੇ ਅਸਥਾਨ ਤੇ ਭਾਈ ਲਹਿਣਾ ਜੀ ਨੂੰ ਸੁਸ਼ੋਭਿਤ ਕਰ ਦਿੱਤਾ। ਇਸੇ ਤਰ੍ਹਾਂ ਹੀ ਭਾਈ ਲਹਿਣਾ ਜੀ ਜਦੋਂ ਗੁਰੂ ਅੰਗਦ ਸਾਹਿਬ ਬਣੇ ਨੇ, ਤੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਆਪ ਆਪਣੇ ਸਮੇਂ ਦੇ ਉੱਤੇ, ਆਪਣੇ ਹੁੰਦਿਆਂ ਆਪ ਆਪਣੇ ਹੱਥੀਂ ਇਹ ਜ਼ਿੰਮੇਵਾਰੀ ਦਿੱਤੀ ਹੈ। ਤਾਂ ਸਾਰੇ ਗੁਰੂ ਸਾਹਿਬਾਨ ਨੇ, ਅਖੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਖੁਦ ਇਹ ਬਚਨ ਕਰ ਦਿੱਤੇ ਸਨ ਕਿ ਸ਼ਖਸੀ ਗੁਰੂ ਦੀ ਪਰੰਪਰਾ ਨੂੰ ਮਿਟਾ ਕੇ ਜਿਹੜਾ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਇਹਨੂੰ ਬੁਰਿਆਈ ਦਿੱਤੀ ਗਈ। ਉਹ ਵੀ ਗੁਰੂ ਗੋਬਿੰਦ ਸਿੰਘ ਨੇ ਆਪ ਖੁਦ ਆਪਣੇ ਸਮੇਂ ਤੇ, ਆਪਣੇ ਹੁੰਦਿਆਂ, ਆਪਣੇ ਹੱਥੀਂ ਇਹ ਬੁਰਿਆਈ ਦਿੱਤੀ ਹੈ, ਬੁਰਿਆਈ ਦਾ ਤਿਲਕ ਦਿੱਤਾ। ਸੋ ਇਹਨੂੰ ਜਿਹੜਾ ਅਸੀਂ ਸ਼ੁਰੂਆਤ ਵਿੱਚ ਹੀ ਭਾਈ ਬਲਵੰਡ ਜੀ ਨੇ ਇਹਨਾਂ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ। ਉਹ ਕਹਿੰਦੇ ਨੇ ਕਿ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ, ਸ਼ਹਿ ਟਿੱਕਾ ਤੇ ਤੋਸ ਜੀਵਦੈ। ਆਪ ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰਕ ਜਾਮੇ ਦੇ ਵਿੱਚ ਹੁੰਦਿਆਂ ਹੋਇਆਂ ਹੀ ਉਹ ਬੁਰਿਆਈ ਦਾ ਟਿੱਕਾ ਜਿਹੜਾ ਸੀ, ਤਿਲਕ ਸੀ, ਉਹ ਦੇ ਦਿੱਤਾ। ਇਹਨੂੰ ਅਸੀਂ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਪੜ੍ਹਦੇ ਹਾਂ ਤੇ ਉਹਨਾਂ ਨੇ ਬੜਾ ਸੋਹਣਾ ਇੱਕ ਵਚਨ ਕੀਤਾ। ਉਹ ਕਹਿੰਦੇ ਨੇ, ਗੁਰ ਅੰਗਦ ਗੁਰ ਅੰਗ ਤੇ। ਗੁਰੂ ਅੰਗਦ ਸਾਹਿਬ ਕੌਣ ਹੈ? ਪਹਿਲਾ ਨਾਮ ਤਾਂ ਉਹਨਾਂ ਦਾ ਹੈ ਭਾਈ ਲਹਿਣਾ ਜੀ, ਤੇ ਜਿਹੜਾ ਅੰਗਦ ਸ਼ਬਦ ਹੈ ਨਾ, ਅੰਗਦ, ਉਹ ਗੁਰੂ ਨਾਨਕ ਸਾਹਿਬ ਨੇ ਨਾਮ ਦਿੱਤਾ। ਭਾਈ ਲਹਿਣਾ ਜੀ ਨੂੰ ਨਾਮ ਜਿਹੜਾ ਨਾਮਕਰਨ ਕੀਤਾ, ਤੇ ਉਹ ਕੀ ਸੀ? ਅੰਗਦ। ਤੇ ਉਸ ਅੰਗਦ ਦੇ ਬਾਰੇ ਜਿਹੜਾ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਚਨ ਕੀਤਾ ਕਿ ਗੁਰ ਅੰਗਦ ਗੁਰ ਅੰਗ ਤੇ, ਗੁਰੂ ਦੇ ਅੰਗ ਤੋਂ ਪੈਦਾ ਹੋਇਆ ਜਿਹੜਾ ਉਹ ਗੁਰੂ ਅੰਗਦ ਹੈ, ਗੁਰੂ ਦਾ ਅੰਗ ਹੈ ਅੰਗਦ। ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ।
ਜਿਵੇਂ ਅਸੀਂ ਵੇਖਦੇ ਹਾਂ ਵੀ ਜਿਹੜਾ ਬਿਰਖ ਹੈ, ਕੋਈ ਰੁੱਖ ਹੈ, ਕੋਈ ਦਰਖਤ ਹੈ, ਉਸ ਦਰਖਤ ਵਰਗਾ ਹੀ ਅਗਲਾ ਦਰਖਤ ਜਿਹੜਾ ਉਹਦੇ ਤੋਂ ਪੈਦਾ ਹੁੰਦਾ, ਜਿਹੜੇ ਉਹਦੇ ਬੀਜ ਨੇ, ਰੁੱਖ ਨੂੰ ਫਲ ਲੱਗਦਾ, ਉਹੀ ਫਲ ਜਿਹੜਾ ਉਹਦਾ ਬੀਜ ਰੂਪ ਹੋ ਕੇ ਨਵੇਂ ਰੂਪ ਦੇ ਵਿੱਚ ਨਵਾਂ ਰੁੱਖ ਜਿਹੜਾ ਫੇਰ ਪਹਿਲੇ ਵਰਗਾ ਹੀ ਪੈਦਾ ਹੋ ਜਾਂਦਾ, ਉਸੇ ਵਰਗਾ ਹੀ ਰੁੱਖ। ਇਹਨੂੰ ਹੋਰ ਵੀ ਅਗਲੀਆਂ ਪੰਕਤੀਆਂ ਦੇ ਵਿੱਚ ਬੜੇ ਸੋਹਣੇ ਸ਼ਬਦਾਂ ਨਾਲ ਪ੍ਰਭਾਸ਼ਿਤ ਕਰ ਦਿੱਤਾ। ਉਹਨਾਂ ਨੇ ਆਖਿਆ ਕਿ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਤੇ ਜੋ ਦੀਵਾ ਬਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ ਹੈ। ਇੰਜ ਲੱਗਿਆ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਜਗ ਗਿਆ ਹੋਵੇ। ਦੀਵਾ ਤੇ ਇੱਕ ਹੀ ਹੈ, ਇੱਕ ਹੀ ਦੀਵਾ ਜਿਹੜਾ ਉਹ ਸਾਰਿਆਂ ਨੂੰ ਹੋਰਨਾਂ ਨੂੰ ਜਗਾ ਦਿੰਦਾ ਹੈ। ਤੇ ਜਦੋਂ ਬਲਦਾ ਹੋਇਆ ਦੀਵਾ ਜਦੋਂ ਰੋਸ਼ਨੀ ਦੂਸਰਿਆਂ ਨੂੰ ਦਿੰਦਾ ਨਾ, ਤੇ ਜਿਹਦੇ ਕੋਲੋਂ ਰੋਸ਼ਨੀ ਲੈਂਦਾ ਨਾ ਪਹਿਲਾਂ, ਉਹਦੇ ਵਰਗਾ ਹੀ ਹੁੰਦਾ, ਕੋਈ ਫਰਕ ਨਹੀਂ ਹੁੰਦਾ ਦੀਵਿਆਂ 'ਚ। ਜਦੋਂ ਇੱਕ ਦੀਵਾ ਰੋਸ਼ਨੀ ਦੇ ਰਿਹਾ, ਪ੍ਰਕਾਸ਼ ਦੇ ਰਿਹਾ, ਤੇ ਉਸੇ ਦੀਵੇ ਤੋਂ ਦੂਜਾ ਦੀਵਾ ਜਗਾਇਆ ਗਿਆ, ਤੇ ਅੰਤਰ ਕੋਈ ਨਹੀਂ। ਤੇ ਜਿਹੜਾ ਜਗਿਆ ਸੀ ਉਹਨੇ ਵੀ ਉਹੀ ਕੰਮ ਕੀਤਾ ਜਿਹੜਾ ਪਹਿਲਾਂ ਕਰਦਾ ਪਿਆ ਸੀ। ਇਹਨੂੰ ਭਾਈ ਗੁਰਦਾਸ ਜੀ ਨੇ ਇਹਨਾਂ ਬੜੇ ਸੋਹਣੇ ਸ਼ਬਦਾਂ ਵਿੱਚ ਆਖਿਆ ਵੀ ਜਿਹੜਾ ਕਾਰਜ ਗੁਰੂ ਨਾਨਕ ਸਾਹਿਬ ਨੇ ਪ੍ਰਾਰੰਭ ਕੀਤਾ, ਗੁਰੂ ਅੰਗਦ ਸਾਹਿਬ ਉਸ ਅਸਥਾਨ ਤੇ ਸੁਸ਼ੋਭਿਤ ਹੋਏ, ਤੇ ਗੁਰੂ ਅੰਗਦ ਸਾਹਿਬ ਨੇ ਉਹੀ ਕਾਰਜ ਅੱਗੇ ਕੀਤੇ ਨੇ। ਕੋਈ ਫਰਕ ਨਹੀਂ ਸੀ। ਇਹ ਨਹੀਂ ਹੈ ਵੀ ਉਹ ਵਿਚਾਰ ਬਦਲ ਗਏ, ਸਿਧਾਂਤ ਬਦਲ ਗਈ, ਸੋਚ ਬਦਲ ਗਈ, ਬਿਲਕੁਲ ਨਹੀਂ। ਜਿਸ ਦਿਨ ਗੁਰਿਆਈ ਦਾ ਤਿਲਕ ਮਿਲਿਆ ਸੀ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਜਿਹੜੇ ਉਹਨਾਂ ਨੇ ਲਾਗੂ ਕੀਤੇ, ਪ੍ਰਚਲਿਤ ਕੀਤੇ, ਜੋ ਮਤ ਜੋ ਵਿਚਾਰ ਗੁਰੂ ਨਾਨਕ ਸਾਹਿਬ ਨੇ ਦੱਸੀ ਸੀ, ਉਸੇ ਨੂੰ ਅੱਗੇ ਪ੍ਰਸਾਰਿਆ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਆਪਣੇ ਸਮੇਂ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਨੂੰ, ਭਾਈ ਲਹਿਣਾ ਜੀ ਨੂੰ ਇਸ ਅਸਥਾਨ ਤੇ ਸੁਸ਼ੋਭਿਤ ਕਰ ਦਿੱਤਾ। ਸੋ ਇਸੇ ਕਰਕੇ ਅੱਜ ਦਾ ਜਿਹੜਾ ਇਹ ਦਿਹਾੜਾ ਗੁਰਪੁਰਬ ਹੈ, ਇਹ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਇਹਦੇ ਤੋਂ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ, ਕਿਉਂਕਿ ਅਸੀਂ ਪਿਛਲੀਆਂ ਕਥਾਵਾਂ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਨੂੰ, ਉਹਨਾਂ ਦਾ ਪਿਛੋਕੜ, ਕਿਵੇਂ ਗੁਰੂ ਨਾਨਕ ਸਾਹਿਬ ਦੇ ਦਰ ਉੱਤੇ ਆਏ ਨੇ, ਕਿਵੇਂ ਉਹਨਾਂ ਨੇ ਸੇਵਾਵਾਂ ਨਿਭਾਈਆਂ, ਅਸੀਂ ਪਿਛਲੇ ਸਮਿਆਂ ਦੇ ਵਿੱਚ ਵਿਸਥਾਰ ਸਾਹਿਬ ਤੋਂ ਸਰਵਣ ਕਰ ਚੁੱਕੇ ਹਾਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਦਿੱਤੀ ਹੋਈ ਦਾਤ ਹੈ, ਉਹਨੂੰ ਕਿਵੇਂ ਅੱਗੇ ਪ੍ਰਫੁੱਲਤ ਕੀਤਾ। ਅਸੀਂ ਇੱਕ ਭਜਨ ਬੜਾ ਸੋਹਣਾ ਪੜ੍ਹਦੇ ਹਾਂ ਕਿ ਜਿਹੜੀ ਆ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਮਿਲੀ ਆ ਨਾ, ਪਹਿਲੀ ਵਾਰੀ ਕਰਤਾਰਪੁਰ ਦੀ ਧਰਤੀ ਤੇ ਭਾਈ ਲਹਿਣਾ ਜੀ, ਜਦੋਂ ਜੀ ਗੁਰੂ ਨਾਨਕ ਸਾਹਿਬ ਦਾ ਨਾਮ ਤਾਂ ਸੁਣਿਆ ਵੇਖਿਆ ਨਹੀਂ ਸੀ, ਜਾਣਦੇ ਨਹੀਂ ਸਨ, ਤੇ ਜਿਹੜਾ ਆਪ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਹੀ ਉਹ ਜਵਾਲਾ ਜੀ ਜਾਂਦੇ ਸਨ। ਕਰਤਾਰਪੁਰ ਦੇ ਨੇੜੇ ਰੁਕੇ ਨੇ, ਆਪਣੇ ਸਾਥੀਆਂ ਨੂੰ ਕਿਹਾ ਵੀ ਮੈਂ ਇੱਥੇ ਕਿਸੇ ਨੂੰ ਮਿਲਣਾ, ਮਿਲ ਕੇ ਤੇ ਮੈਂ ਵਾਪਸ ਆ ਜਾਣਾ। ਘੋੜੀ ਤੇ ਸਵਾਰ ਹੋ ਕੇ ਕਰਤਾਰਪੁਰ ਨੂੰ ਤੁਰ ਗਏ। ਨਾਲ ਦੇ ਇਹਨਾਂ ਦੇ ਜਿਹੜਾ ਸੰਗ ਸੀ, ਸਾਥੀ ਸਨ, ਜਿਨ੍ਹਾਂ ਦੀ ਅਗਵਾਈ ਕਰਕੇ ਇਹ ਹਰ ਸਾਲ ਜਾਂਦੇ ਨੇ, ਉਹਨਾਂ ਨੂੰ ਇੱਕ ਥਾਂ ਤੇ ਛੱਡਿਆ ਤੇ ਮਿਲਣ ਗਏ ਨੇ ਗੁਰੂ ਨਾਨਕ ਨੂੰ, ਜਿਹੜਾ ਉਹਨਾਂ ਨੇ ਕਰਤਾਰਪੁਰ ਨਗਰ ਵਸਾਇਆ। ਜਦੋਂ ਨਗਰ ਦੇ ਅੰਦਰ ਪ੍ਰਵੇਸ਼ ਕੀਤਾ ਤੇ ਪਤਾ ਕੋਈ ਨਹੀਂ ਸੀ ਨਗਰ ਬਾਰੇ, ਗੁਰੂ ਨਾਨਕ ਦਾ ਨਾਮ ਸੁਣਿਆ, ਚਾਹਤ ਸੀ ਮੈਂ ਉਹਨਾਂ ਨੂੰ ਮਿਲਣਾ ਵੀ ਇੱਥੇ ਵਸਦੇ ਨੇ, ਤੇ ਲੰਬੇ ਸਮੇਂ ਤੋਂ ਵਿਚਾਰ ਬਣਾਈ ਸੀ ਕਿ ਜਦੋਂ ਹੁਣ ਗਏ ਨਾ ਤਾਂ ਰਾਹ ਜਾਂਦਿਆਂ ਕਰਤਾਰਪੁਰ ਨੂੰ ਮਿਲ ਕੇ ਜਾਣਾ। ਇਧਰ ਗੁਰੂ ਨਾਨਕ ਸਾਹਿਬ ਮਹਾਰਾਜ ਕੁਦਰਤੀ ਉਸੇ ਸਮੇਂ ਦੇ ਉੱਤੇ ਆਪਣੇ ਸਥਾਨ ਤੋਂ ਧਰਮਸ਼ਾਲਾ ਦੇ ਵਿੱਚ ਬੈਠੇ ਸਨ, ਸੰਗਤਾਂ ਬੈਠੀਆਂ ਨੇ, ਅਚਾਨਕ ਉੱਠੇ ਨੇ, ਉੱਠ ਕੇ ਤੇ ਧਰਮਸ਼ਾਲਾ ਤੋਂ ਬਾਹਰ ਨੂੰ ਤੁਰ ਪਈ। ਤੇ ਗੁਰੂ ਕੇ ਸਿੱਖਾਂ ਨੇ ਆਖਿਆ ਸੀ ਕਿ ਮਹਾਰਾਜ ਕੀ ਗੱਲ ਹੋ ਗਈ, ਤੁਸੀਂ ਜਾ ਰਹੇ ਹੋ, ਕਿੱਥੇ ਜਾ ਰਹੇ? ਸਿੱਖਾਂ ਨੇ ਬੇਨਤੀ ਕੀਤੀ ਹੈ। ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਸੋਹਣਾ, ਬੜਾ ਪਿਆਰਾ ਕਥਨ ਹੈ, ਇਤਿਹਾਸ ਨੇ ਸੰਭਾਲਿਆ ਹੋਇਆ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਕਹਿਣ ਲੱਗੇ ਮੇਰੇ ਰਾਜ ਦਾ ਧਣੀ ਆ ਰਿਹਾ, ਮੈਂ ਲੈਣ ਚੱਲਿਆ। ਧਣੀ ਦਾ ਅਰਥ ਹੁੰਦਾ ਮਾਲਕ। ਕਹਿੰਦੇ ਮੇਰੇ ਰਾਜ ਦਾ ਧਣੀ, ਮੇਰੇ ਰਾਜ ਦਾ ਮਾਲਕ ਆ ਰਿਹਾ, ਮੈਂ ਲੈਣ ਵਾਸਤੇ ਚੱਲਿਆ। ਤੇ ਗੁਰੂ ਨਾਨਕ ਸਾਹਿਬ ਨਗਰ ਤੋਂ ਬਾਹਰ ਨੂੰ ਹੋ ਗਏ। ਇਧਰੋਂ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋ ਕੇ ਗਏ ਨੇ, ਤੇ ਸਾਹਮਣੇ ਵੇਖਿਆ ਇੱਕ ਬਜ਼ੁਰਗ ਹੈ, ਤੇ ਬਜ਼ੁਰਗ ਦੇ ਕੋਲ ਘੋੜੀ ਤੇ ਸਵਾਰ ਨੇ ਆਪ ਕੋਲ ਜਾ ਕੇ ਬਜ਼ੁਰਗ ਨੂੰ ਆਵਾਜ਼ ਦੇ ਕੇ ਪੁੱਛਿਆ ਸੀ ਕਿ ਬਾਬਾ ਜੀ, ਇਸ ਨਗਰ ਦੇ ਵਿੱਚ ਨਾਨਕ ਜੀ ਹਨ, ਤੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਜਾਣਾ, ਕਿੱਥੇ ਨੇ? ਮੈਨੂੰ ਪਤਾ ਕੋਈ ਨਹੀਂ, ਧਰਮਸ਼ਾਲਾ ਦਾ।
ਉਹ ਕਹਿੰਦੇ ਨੇ ਵੀ ਲਿਆ ਮੈਂ ਤੁਹਾਨੂੰ ਉੱਥੇ ਹੀ ਲੈ ਜਾਣਾ, ਮੈਂ ਵੀ ਜਾ ਰਿਹਾ। ਉਹ ਘੋੜੇ ਦੀ ਵਾਗ ਫੜੀ ਤੇ ਤੁਰ ਪਏ ਨੇ। ਜਦੋਂ ਅੱਗੇ ਗਏ ਧਰਮਸ਼ਾਲਾ ਦੇ ਕੋਲ ਜਾ ਕੇ ਇਸ਼ਾਰਾ ਕਰਕੇ ਉਹ ਬਜ਼ੁਰਗ ਨੇ ਕਿਹਾ ਸੀ ਵੀ ਆਹ ਧਰਮਸ਼ਾਲਾ ਇੱਥੇ ਹੀ ਤੁਹਾਨੂੰ ਮਿਲਣਾ। ਇਹਨਾਂ ਨੇ ਉਹ ਘੋੜੀ ਉੱਥੇ ਕਿਤੇ ਬਾਹਰ ਬੰਨ੍ਹ ਦਿੱਤੀ। ਬੰਨ੍ਹ ਕੇ ਤੇ ਵੇਖਿਆ ਬਜ਼ੁਰਗ ਤੇ ਚਲਾ ਗਿਆ। ਇਹਨਾਂ ਨੇ ਵੀ ਕਿਹਾ ਵੀ ਚਲੋ ਕੋਈ ਗੱਲ ਨਹੀਂ, ਜੇ ਚਲੇ ਗਏ ਨੇ ਤੇ ਮੈਂ ਧਰਮਸ਼ਾਲਾ ਵਿੱਚ ਜਾ ਕੇ ਨਾਨਕ ਜੀ ਨੂੰ ਮਿਲਣਾ। ਘੋੜੀ ਨੂੰ ਬਾਹਰ ਬੰਨ੍ਹ ਕੇ ਆਪ ਜਦੋਂ ਧਰਮਸ਼ਾਲਾ ਦੇ ਵਿੱਚ ਗਏ ਨੇ, ਜਿੱਥੇ ਸੰਗਤਾਂ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਜਾ ਰਹੀਆਂ ਸਨ, ਸਾਹਮਣੇ ਸੰਗਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਨੇ। ਤੇ ਜਦੋਂ ਇਹ ਗਏ ਨੇ, ਭਾਈ ਲਹਿਣਾ ਜੀ ਜਾ ਕੇ ਸਿਰ ਝੁਕਾਇਆ, ਨਮਸਕਾਰ ਕੀਤੀ ਤੇ ਸਿਰ ਤਾਂ ਚੁੱਕਿਆ, ਚੁੱਕ ਕੇ ਜਦੋਂ ਸਾਹਮਣੇ ਵੇਖਿਆ ਸੀ ਤੇ ਹੱਥ ਜੋੜ ਕੇ ਤੇ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਵੀ ਮੈਨੂੰ ਨਹੀਂ ਸੀ ਪਤਾ, ਬੜਾ ਵੱਡਾ ਗੁਨਾਹ ਹੋ ਗਿਆ। ਇਹ ਗੁਨਾਹ ਮੇਰੇ ਕੋਲੋਂ ਹੋਇਆ ਵੀ ਮੈਂ ਗੁਰੂ ਨਾਨਕ ਦੇ ਨਾਲ ਇੱਥੇ ਆ ਗਿਆ, ਮੈਨੂੰ ਪਤਾ ਕੋਈ ਨਹੀਂ ਸੀ, ਮੈਂ ਘੋੜੀ ਤੇ ਚੜਿਆ ਤੇ ਤੁਰਦੇ ਆ ਰਹੇ, ਮੇਰੇ ਕੋਲੋਂ ਤੇ ਗਲਤੀ ਹੋ ਗਈ। ਹੱਥ ਜੋੜ ਕੇ ਤੇ ਪਹਿਲਾਂ ਖਿਮਾ ਮੰਗਣੀ ਸ਼ੁਰੂ ਕਰ ਦਿੱਤੀ ਆ ਵੀ ਮੈਨੂੰ ਨਹੀਂ ਸੀ ਪਤਾ, ਸਤਿਗੁਰੂ ਮੇਰੇ ਕੋਲੋਂ ਭੁੱਲ ਹੋ ਗਈ, ਮੇਰੇ ਕੋਲੋਂ ਗੁਨਾਹ ਹੋ ਗਿਆ ਤੇ ਤੁਸੀਂ ਬਖਸ਼ ਲਓ। ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਨੇ ਵੀ ਪੁਰਖਾ ਨਾਮ ਕੀ ਹੈ ਤੇਰਾ? ਤੇ ਭਾਈ ਲਹਿਣਾ ਜੀ ਨੇ ਆਖਿਆ ਸੀ ਕਿ ਨਾਮ ਹੈ ਲਹਿਣਾ। ਗੁਰੂ ਸਾਹਿਬ ਫਿਰ ਹੱਸ ਕੇ ਇੱਕ ਗੱਲ ਕਹਿੰਦੇ ਪਏ ਨੇ ਤੇ ਕਹਿੰਦੇ ਡਰਦਾ ਕਾਹਦੇ ਲਈ ਹੈ, ਕਿਉਂ ਘਬਰਾਉਣਾ, ਕੁਛ ਨਹੀਂ ਹੋਇਆ। ਜਿਹੜੇ ਲੈਣ ਵਾਲੇ ਹੁੰਦੇ ਨਾ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਨੇ, ਤੂੰ ਲੈਣ ਵਾਲਾ ਸੀ ਤੇ ਮੈਂ ਦੇਣ ਵਾਲਾ। ਉਹ ਪਹਿਲਾ ਸ਼ਬਦ ਕਿਹਾ ਸੀ ਨਾ ਵੀ ਮੇਰੇ ਰਾਜ ਦਾ ਧਣੀ ਆ ਰਿਹਾ ਤੇ ਮੈਂ ਲੈਣ ਵਾਸਤੇ ਚੱਲਿਆ। ਆਪ ਨਾਲ ਲੈ ਕੇ ਆਏ, ਪਤਾ ਨਹੀਂ ਸੀ ਰਾਹ ਲਿਆਂਦਾ ਧਰਮਸ਼ਾਲ ਦਾ ਤੇ ਬਾਹਰ ਆ ਕੇ ਆਖਿਆ ਸੀ ਆਹ ਧਰਮਸ਼ਾਲਾ ਹੁਣ ਤੈਨੂੰ ਇੱਥੇ ਪਹੁੰਚਾ ਦਿੱਤਾ, ਅੱਗੇ ਤੇਰੇ ਉੱਤੇ ਨਿਰਭਰ ਹੈ ਵੀ ਕਿੰਨੀ ਕੁ ਕਮਾਈ ਕਰ ਸਕਦਾ। ਇਹ ਗੁਰੂ ਨਾਨਕ ਦਾ ਸਿਧਾਂਤ ਹੈ। ਗੁਰੂ ਮਾਰਗ ਦੱਸਦਾ ਪਿਆ ਹੈ, ਗੁਰੂ ਰਾਹ ਦੱਸ ਦਿੰਦਾ ਹੈ, ਗੁਰੂ ਸਿਧਾਂਤਕ ਤੌਰ ਤੇ ਸਾਨੂੰ ਜਾਣਕਾਰੀ ਦਿੰਦਾ ਪਿਆ। ਗੱਲ ਤੇ ਆ ਜਾਂਦੀ ਹੈ ਸਿੱਖ ਦੇ ਉੱਤੇ ਨਿਰਭਰਤਾ, ਸਿੱਖ ਉੱਤੇ ਕਰਦਾ ਵੀ ਸਿੱਖ ਕਿੰਨੀ ਕੁ ਕਮਾਈ ਕਰ ਲੈਂਦਾ, ਕਿੰਨਾ ਕੁ ਉਹਨਾਂ ਵਿਚਾਰਾਂ ਨੂੰ, ਉਹਨਾਂ ਸਿਧਾਂਤਾਂ ਨੂੰ, ਗੁਰੂ ਕੀ ਮੱਤ ਨੂੰ ਅਪਣਾ ਸਕਦਾ, ਆਪਣੇ ਜੀਵਨ ਦੇ ਵਿੱਚ ਵਰਤਾ ਸਕਦਾ। ਜੇ ਸੱਚਮੁੱਚ ਗੁਰੂ ਨਾਨਕ ਦੇ ਰਾਜ ਦੇ ਅਸੀਂ ਵੀ ਉਸ ਰਾਜ ਨੂੰ ਮੰਨਣਾ ਚਾਹੁੰਦੇ ਹਾਂ, ਉਸ ਰਾਜ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ, ਤੇ ਫਿਰ ਸਾਨੂੰ ਗੁਰੂ ਕੀ ਮੱਤ ਜਿਹੜੀ ਅਪਣਾ ਲੈਣੀ ਚਾਹੀਦੀ ਹੈ। ਗੁਰੂ ਨਾਨਕ ਤਾਂ ਆਵਾਜ਼ਾਂ ਦਿੰਦੇ ਨੇ, ਗੁਰੂ ਤਾਂ ਆਵਾਜ਼ ਦਿੰਦਾ ਪਿਆ ਹੈ, ਆਵਾਜ਼ ਦੇ ਕੇ ਸਾਡਾ ਰਾਹ ਸਾਨੂੰ ਦੱਸਣ ਵਾਸਤੇ ਆਪ ਅੱਗੇ ਆਉਂਦਾ। ਉਹ ਜਿਹੜੇ ਅਸੀਂ ਬਚਨ ਪੜ੍ਹੇ ਆ ਨਾ ਕਿ ਤੂੰ ਇੱਕ ਵਾਰੀ, ਭਾਈ ਗੁਰਦਾਸ ਕਹਿੰਦੇ ਨੇ ਇੱਕ ਵਾਰੀ ਤੂੰ ਗੁਰੂ ਵੱਲ ਨੂੰ ਆਪਣਾ ਇੱਕ ਕਦਮ ਪੁੱਟ, ਤੇ ਤੈਨੂੰ ਭਰੋਸਾ ਦਿੰਦੇ ਆ ਵੀ ਗੁਰੂ ਤੇਰੇ ਕੋਲ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਮਿਲੇਗਾ। ਪਰ ਚੇਤਾ ਰੱਖੀ ਤੇਰਾ ਇੱਕ ਕਦਮ ਜਿਹੜਾ ਨਾ, ਇਹ ਨਹੀਂ ਹੈ ਵੀ ਤੂੰ ਰੋਜ਼ ਕਿੰਨੀ ਵਾਰੀ ਜਾਣਾ, ਇਹ ਗੱਲ ਅਹਿਮੀਅਤ ਨਹੀਂ ਰੱਖਦੀ। ਰੋਜ਼ ਕਿੰਨੀ ਵਾਰੀ ਜਾਣਾ, ਕਿੰਨਾ ਕਿੰਨਾ ਸਫ਼ਰ ਕਰਕੇ ਤੂੰ ਕਿੱਥੇ ਕਿੱਥੇ ਚਲਾ ਜਾਣਾ, ਇਹ ਨਹੀਂ ਅਹਿਮੀਅਤ ਰੱਖਦੀ। ਤੂੰ ਸੱਚੇ ਮਨੋਂ ਇੱਕ ਵਾਰੀ ਗੁਰੂ ਦੇ ਦਰ ਉੱਤੇ ਆ ਜਾ, ਗੁਰੂ ਵੱਲ ਆਪਣਾ ਮੂੰਹ ਕਰ ਲੈ, ਗੁਰੂ ਦੇ ਮਾਰਗ ਦੇ ਉੱਤੇ ਤੁਰਨ ਵਾਸਤੇ ਤੂੰ ਆਪਣੇ ਅੰਦਰ ਦ੍ਰਿੜਤਾ ਤੇ ਪਰਪੱਕਤਾ ਬਣਾ ਲੈ, ਤੈਨੂੰ ਅੱਗੇ ਗੁਰੂ ਨੇ ਆਪ ਹੀ ਸੰਭਾਲ ਲੈਣਾ, ਤੈਨੂੰ ਨਹੀਂ ਡੋਲਣ ਦੇਣਾ। ਤੇ ਉਹ ਭਾਈ ਲਹਿਣਾ ਜੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਵੀ ਕਿਉਂ ਘਬਰਾਉਣਾ, ਜਿਹੜੇ ਲੈਣ ਵਾਲੇ ਹੁੰਦੇ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਨੇ, ਇਹ ਕੋਈ ਅਵਗਿਆ ਨਹੀਂ, ਉਹ ਗੁਰੂ ਨਾਨਕ ਦੇ ਦਰ ਦਾ ਹੀ ਹੋ ਗਿਆ। ਖੈਰ ਇਥੋਂ ਫਿਰ ਉਹਨੇ ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਭਾਈ ਲਹਿਣਾ ਜੀ ਨੇ ਸੇਵਾ ਸੰਭਾਲੀ ਹੈ 7 ਸਾਲ। 1532 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਕੋਲ ਕਰਤਾਰਪੁਰ ਆਏ ਤੇ 1539 ਵਿੱਚ ਗੁਰੂ ਨਾਨਕ ਦੇ ਨਜ਼ਰੀ ਇੰਨੇ ਪ੍ਰਵਾਨ ਚੜ੍ਹ ਗਏ ਕਿ ਆਪਣਾ ਰੂਪ ਬਣਾ ਲਿਆ। ਉਹ 7 ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਕੋਲ ਰਹਿ ਕੇ ਆਪਣੇ ਆਪ ਨੂੰ ਨਾਨਕ ਬਣਾ ਲਿਆ। ਨਾਨਕ ਬਣਾਉਣ ਦਾ ਮਤਲਬ ਸੀ ਨਾਨਕ ਸਰੂਪ ਹੋ ਗਏ, ਦੂਜਾ ਨਾਨਕ ਬਣ ਗਿਆ। ਨਾਨਕ ਵਿੱਚ ਅਭੇਦਤਾ ਹੋ ਗਈ ਤੇ ਗੁਰੂ ਨਾਨਕ ਸਾਹਿਬ ਨੇ ਵੀ ਆਖਿਆ ਸੀ ਵੀ ਹੁਣ ਤੂੰ ਇੱਥੋਂ ਦਾ ਹੱਕਦਾਰ ਹੈ। ਅੱਜ ਜਦੋਂ ਗੁਰਿਆਈ ਦੇਣੀ ਸੀ, ਉਹ ਇੱਕ ਵਾਕਿਆ ਆਉਂਦਾ ਇਤਿਹਾਸ ਦੇ ਵਿੱਚ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਲੈਣਿਆਂ ਸਾਰੇ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਹੱਥ ਜੋੜੇ ਸੀ, ਆਖਿਆ ਮਹਾਰਾਜ ਸਾਰਿਆਂ ਦਾ ਕੋਈ ਨਾ ਕੋਈ ਆਸਰਾ ਤੇ ਹੋਵੇਗਾ ਨਾ, ਜਿਹੜੇ ਚਲੇ ਗਏ ਮੇਰਾ ਤੇਰੇ ਤੋਂ ਬਿਨਾ ਆਸਰਾ ਹੀ ਕੋਈ ਨਹੀਂ, ਮੈਂ ਕਿੱਥੇ ਜਾਵਾਂ। ਆ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਨੇ ਜਦੋਂ ਬਾਣੀ ਉਚਾਰੀ ਆ ਨਾ,
ਉਹਨਾਂ ਦੀ ਬਾਣੀ ਦੇ 62 ਸ਼ਲੋਕ ਨੇ ਗੁਰੂ ਅੰਗਦ ਸਾਹਿਬ ਦੇ, ਤੇ ਇਹਨਾਂ ਸ਼ਲੋਕਾਂ ਨੂੰ ਜਿਹੜੀਆਂ ਵਾਰਾਂ ਨੇ ਵੱਖ-ਵੱਖ ਗੁਰੂ ਸਾਹਿਬਾਨ ਦੀਆਂ ਵਾਰਾਂ, ਉਹਨਾਂ ਵਾਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੂੰ ਅੰਕਿਤ ਕੀਤਾ ਗਿਆ। ਗੁਰੂ ਅੰਗਦ ਸਾਹਿਬ ਦੀ ਕੋਈ ਖਾਸ ਬਾਣੀ ਨਹੀਂ ਹੈ, ਜਿਵੇਂ ਅਸੀਂ ਜਪ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਸੁਖਮਨੀ ਸਾਹਿਬ ਦੀ ਬਾਣੀ ਹੈ ਗੁਰੂ ਅਰਜਨ ਸਾਹਿਬ ਦੀ। ਸੋ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੀ ਖਾਸ ਬਾਣੀ ਨਹੀਂ, ਉਹਨਾਂ ਨੇ ਕੇਵਲ ਸ਼ਲੋਕ ਉਚਾਰਨ ਕੀਤੇ ਨੇ, 62 ਸ਼ਲੋਕ ਨੇ, ਤੇ ਵੱਖ-ਵੱਖ ਰਾਗਾਂ ਦੇ ਵਿੱਚ ਜਿਹੜੇ ਉਹ ਸ਼ਲੋਕ ਵਾਰਾਂ ਦੇ ਅੰਦਰ ਅੰਕਿਤ ਕੀਤੇ ਨੇ, ਪੌੜੀਆਂ ਦੇ ਨਾਲ ਉਹ ਲਾਏ ਹੋਏ ਸ਼ਲੋਕ ਨੇ। ਉਹਨਾਂ ਸ਼ਲੋਕਾਂ ਦੇ ਵਿੱਚ ਗੁਰੂ ਅੰਗਦ ਸਾਹਿਬ ਦਾ ਇੱਕ ਸ਼ਲੋਕ ਹੈ, ਜਦੋਂ ਗੁਰੂ ਨਾਨਕ ਕਹਿੰਦੇ ਨੇ ਵੀ ਲੈਣਿਆ ਸਾਰੇ ਚਲੇ ਗਏ ਤੂੰ ਨਹੀਂ ਜਾਂਦਾ, ਤੇ ਉਹਨਾਂ ਦਾ ਜਵਾਬ ਸੀ ਹਰ ਇੱਕ ਦਾ ਕੋਈ ਨਾ ਕੋਈ ਆਸਰਾ ਹੁੰਦਾ, ਜਿਨ੍ਹਾਂ ਨੇ ਕੋਈ ਆਸਰਾ ਬਣਾਇਆ ਚਲੇ ਗਏ, ਮੇਰਾ ਤੇਰੇ ਤੋਂ ਬਿਨਾ ਕੋਈ ਥਾਂ ਨਹੀਂ, ਮੈਂ ਤੇਰੇ ਕੋਲ ਤਾਂ। ਉਹਨਾਂ ਆਖਿਆ ਸੀ ਕਿਸ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ, ਮੈਂ ਤਾਂ ਨਿਮਾਣਾ, ਮੈਂ ਤਾਂ ਕੇਵਲ ਇੱਕ ਤੇਰੇ ਦਾਤੇ, ਮਨ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾ ਲਗ ਚਿਤ ਨਾ ਆਵੇ। ਤੇ ਗੁਰੂ ਨਾਨਕ ਨੇ ਬੜੇ ਪਿਆਰ ਭਰੇ ਸ਼ਬਦਾਂ 'ਚ ਕਿਹਾ ਸੀ ਲੈਣਿਆ ਜੇ ਨਾਨਕ ਤੋਂ ਬਿਨਾ ਤੇਰਾ ਥਾਂ ਨਹੀਂ, ਤੇ ਚੇਤਾ ਰੱਖੀ ਨਾਨਕ ਦਾ ਥਾਂ ਵੀ ਤੇਰੇ ਤੋਂ ਬਿਨਾ ਕੋਈ ਨਹੀਂ, ਮੈਂ ਵੀ ਤੈਨੂੰ ਆਪਣੇ ਵਿੱਚ ਹੀ ਟਿਕਾਉਣਾ। ਇੱਕ ਇਤਿਹਾਸ ਨੇ ਬੜਾ ਸੋਹਣਾ ਬਚਨ ਜਿਹੜਾ ਸੰਭਾਲ ਕੇ ਰੱਖਿਆ। ਗੁਰੂ ਨਾਨਕ ਸਾਹਿਬ ਜਦੋਂ ਜੋਤੀ ਜੋਤ ਸਮਾਏ ਨਾ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਅਜੇ ਕਰਤਾਰਪੁਰ ਦੇ ਵਿੱਚ ਸਨ, ਕਿਉਂਕਿ ਜੋਤੀ ਜੋਤ ਸਮਾਉਣ ਤੋਂ ਬਾਅਦ ਥੋੜੇ ਦਿਨਾਂ ਵਿੱਚ ਹੀ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਆ ਗਏ, ਕਰਤਾਰਪੁਰ ਛੱਡ ਦਿੱਤਾ ਸੀ। ਤੇ ਲੋਕਾਂ ਨੇ ਕਿਹਾ ਨਾਨਕ ਕਿੱਥੇ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਇਹ ਵਿਚਾਰ ਹੈ ਨਾ ਕਿ ਜਿਹੜਾ ਉਹਨਾਂ ਦਾ ਅੰਤਮ ਸਮੇਂ ਦਾ ਜਿਹੜਾ ਸਰੀਰ ਨੂੰ ਸੰਭਾਲਣ ਦੇ ਸੰਬੰਧ ਵਿੱਚ ਅਸੀਂ ਪਿਛਲੇ ਸਮੇਂ ਤੇ ਉਹਦੇ ਸੰਬੰਧਿਤ ਵਿਚਾਰ ਕੀਤੀ ਸੀ। 10 ਤਰੀਕ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਗੁਰਪੁਰਬ ਹੈ, ਅਸੀਂ ਉਸ ਦਿਨ ਵੀ ਉਸੇ ਵਿਸ਼ੇ ਉੱਤੇ ਫਿਰ ਗੱਲ ਕਰਨੀ। ਗੁਰੂ ਨਾਨਕ ਸਾਹਿਬ ਕਿੱਥੇ ਨੇ, ਤੇ ਬੜੇ ਸੋਹਣੇ ਬਚਨ ਨੇ ਇਤਿਹਾਸ ਨੇ ਸਾਂਭੇ, ਬਾਬਾ ਨਾ ਮੜੀ ਨਾ ਮਕਾਣੀ ਨਾਨਕ ਅੰਗਦ ਕੇ ਹੀਏ। ਗੁਰੂ ਨਾਨਕ ਮੜੀਆਂ ਵਿੱਚ ਨਹੀਂ, ਕਬਰਾਂ ਵਿੱਚ ਨਹੀਂ, ਉਹ ਤਾਂ ਨਾਨਕ ਗੁਰੂ ਅੰਗਦ ਦੇ ਹਿਰਦੇ ਵਿੱਚ ਵਸਦਾ। ਗੁਰੂ ਨਾਨਕ ਅੰਗਦ ਰੂਪ ਹੋ ਕੇ ਅੱਗੇ ਹੁਣ ਤਾਰਦੇ ਪਏ। ਖੈਰ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦੇ ਨੇ, ਤੇ ਉਹਨਾਂ ਦੀ ਗੁਰਿਆਈ ਦਾ ਜਿਹੜਾ ਸਮਾਂ ਹੈ 1539 ਨੂੰ ਗੁਰਿਆਈ ਦਾ ਤਿਲਕ ਮਿਲਿਆ। ਖਡੂਰ ਸਾਹਿਬ ਆਏ, ਖਡੂਰ ਸਾਹਿਬ ਉਹਨਾਂ ਨੇ ਵਸਾਇਆ ਨਗਰ, ਗੁਰੂ ਅੰਗਦ ਸਾਹਿਬ ਨੇ ਪਹਿਲਾਂ ਹੀ ਵਸਾਇਆ ਸੀ, ਇੱਥੇ ਆ ਗਏ। ਹੁਣ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਖਡੂਰ ਸਾਹਿਬ ਬਣ ਗਿਆ, ਤੇ ਸਿੱਖ ਸੰਗਤਾਂ ਇੱਥੇ ਆਉਣੀਆਂ ਸ਼ੁਰੂ ਹੋ ਗਈਆਂ। ਇਸ ਥਾਂ ਦੇ ਉੱਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ 1539 ਤੋਂ ਲੈ ਕੇ 1552 ਤੱਕ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਜ਼ਿੰਮੇਵਾਰੀ ਸੀ ਉਹਨੂੰ ਸੰਭਾਲਿਆ ਹੈ, ਗੁਰਿਆਈ ਸੰਭਾਲੀ ਹੈ। ਇਹ ਲਗਭਗ ਕੋਈ 13 ਕੁ ਸਾਲ ਦਾ ਸਮਾਂ ਬਣ ਜਾਂਦਾ, 39 ਤੋਂ ਲੈ ਕੇ 52 ਤੱਕ। ਤੇ 52 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਿਆਈ ਦਿੱਤੀ ਸੀ। ਅਸੀਂ ਪਿਛਲੇ ਦਿਨਾਂ ਦੇ ਵਿੱਚ ਉਸ ਸਭਾ ਦੇ ਵਿੱਚ ਵੀ ਕਥਾ ਕੀਤੀ ਹੈ, ਜਦੋਂ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਮਨਾਇਆ ਸੀ। ਗੁਰੂ ਅੰਗਦ ਸਾਹਿਬ ਮਹਾਰਾਜ ਇਹ ਜਿਹੜੇ 13 ਕੁ ਸਾਲ ਦਾ ਸਮਾਂ ਉਹਨਾਂ ਦਾ ਬਣਦਾ, ਸਤਿਗੁਰੂ ਪਾਤਸ਼ਾਹ ਨੇ ਉਸ ਸਮੇਂ ਦੇ ਵਿੱਚ ਬੜੇ ਕਾਰਜ ਕੀਤੇ ਨੇ, ਬਹੁਤ ਕਾਰਜ ਕੀਤੇ। ਕੁਝ ਗੱਲਾਂ ਜਿਹੜੀਆਂ ਨੇ ਅਸੀਂ ਨਾ ਤਾਂ ਗੁਰਬਾਣੀ ਤੋਂ ਸੇਧ ਲੈਂਦੇ ਹਾਂ, ਤੇ ਨਾ ਹੀ ਅਸੀਂ ਇਤਿਹਾਸ ਤੋਂ ਸੇਧ ਲੈਂਦੇ ਹਾਂ। ਅਸੀਂ ਪ੍ਰਚਲਿਤ ਧਾਰਨਾਵਾਂ ਸੁਣੀਆਂ ਸੁਣਾਈਆਂ ਜਿਹੜੀਆਂ ਨੇ ਨਾ, ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਾਂ। ਬਹੁਤ ਸਾਰੀਆਂ ਇਹੋ ਜਿਹੀਆਂ ਧਾਰਨਾਵਾਂ ਜਾਂ ਮਾਨਤਾਵਾਂ ਹੁੰਦੀਆਂ ਨੇ ਜਿਹੜੀਆਂ ਨਾ ਗੁਰੂ ਨੇ ਪ੍ਰਚਲਿਤ ਕੀਤੀਆਂ, ਨਾ ਸਿਖਾਈਆਂ, ਨਾ ਸਾਡੇ ਇਤਿਹਾਸ ਵਿੱਚੋਂ ਕੋਈ ਉਹਨਾਂ ਦਾ ਲੇਖਾ ਜੋਖਾ ਮਿਲਦਾ, ਨਾ ਸਾਨੂੰ ਗੁਰਬਾਣੀ ਦੇ ਵਿੱਚੋਂ ਉਹਨਾਂ ਦੇ ਸੰਬੰਧ ਵਿੱਚ ਕੋਈ ਗੱਲ ਮਿਲਦੀ ਹੈ। ਬਹੁਤ ਸਾਰੀਆਂ ਅਜਿਹੀਆਂ ਹੁੰਦੀਆਂ। ਖੈਰ ਗੁਰੂ ਅੰਗਦ ਸਾਹਿਬ ਨੇ ਜਿਹੜਾ ਖਡੂਰ ਸਾਹਿਬ ਨਗਰ ਵਸਾਇਆ, ਉਹ ਨਗਰ ਵਿੱਚ ਜਿਹੜੀ ਧਰਮਸ਼ਾਲ ਹੈ, ਦੇਖੋ ਅਸੀਂ ਜਦੋਂ ਵੀ ਦੇਖਦੇ ਹਾਂ ਨਾ, ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਧਰਮਸ਼ਾਲ ਨਹੀਂ ਬਣਾਈ, ਸਭ ਤੋਂ ਪਹਿਲਾਂ ਨਗਰ ਵਸਾਏ ਨੇ। ਕਰਤਾਰਪੁਰ ਨਗਰ ਵਸਾਇਆ, ਖਡੂਰ ਸਾਹਿਬ ਨਗਰ ਸੀ, ਗੋਇੰਦਵਾਲ ਨਗਰ ਹੈ, ਗੁਰੂ ਕਾ ਚੱਕ ਨਗਰ ਹੈ। ਇਸੇ ਤਰ੍ਹਾਂ ਹੀ ਜੋ ਤਰਨ ਤਾਰਨ ਉਹ ਨਗਰ ਸੀ, ਉਹ ਵੀ ਨਗਰ ਵਸਾਇਆ। ਕਰਤਾਰਪੁਰ ਜਲੰਧਰ ਦੇ ਨਗਰ ਨੇੜੇ ਇਹ ਵੀ ਨਗਰ ਵਸਾਇਆ। ਕੀਰਤਪੁਰ ਵੀ ਨਗਰ ਸੀ ਜਿਹੜਾ
ਚੱਕ ਨਾਨਕੀ है, बाद विच आनंदपुर होया, ये भी नगर है। जिन्हां जिन्हां थावां ते नगर वसाए ने उन्हां नगरां विच गुरु रहिंदा, उत्थे धर्मशाला बनी, वो नगर सिੱਖੀ ਦੇ प्रचार का केंद्र बन गई। वसाए नगर ने और नगर इस ढंग नाल गुरु साहब ने वसाए ने सारिਆਂ ने भी उन्होंने अपने समयां दे उत्ते मॉडल रूप बना दिता। खैर ये एक वखरा विशा असीं वेखदे हां ना कि ਜਿਹੜੇ नगर ਜਾਂ शहर ये सरकारां वसाउंदियां, पर गुरु साहिबान ने नगर वसा के उन्होंने नगरां दे प्रबंध इहो ਜਿਹੇ कर दिते, वो प्रबंध कीते। क्योंकि नगर केवल वसाउण दे नाल नहीं हुंदा भी उत्थे लोकां नूं कहा भी आके घर बना लो, लोग अपने आप आने शुरू हो जाए, नहीं, बड़े प्रबंध करने पैंदे। गुरु साहिबान ने वो कीते। खडूर साहिब नगर बन गया, इत्थे धर्मशाला बन गई, गुरु अंगद साहिब संगतां विच बहण लग पए। इत्थों फिर गुरु साहिब ने कुछ मर्यादा जिहड़ी आ वो भी बनाई। मर्यादा दे विच असीं खास करके वेखदे हां धर्मशाला नूं एक नवां रूप गुरु अंगद साहिब ने दिता। गुरु नानक साहिब के समय ते कीर्तन हुंदा, संगतां नाल विचार हुंदी, गलबात हुंदी है, लंगर उत्थे भी बनदे ने। खडूर साहिब दे विच नवां रूप की दिता सी धर्मशाला दे विच। ये धर्मशाला दे विच इहनूं विद्या दा केंद्र बना दिता। विद्या दा केंद्र भाव ये सी भी इत्थे बच्चियां नूं पढ़ाया जाण लग पिया। लोग बच्चे जिहड़े सन इत्थे पढ़न आउणा शुरू हो गए। दूजे नंबर पे इस अस्थान नूं धर्मशाला दे नेड़े ही ग्राउंड बनाई गई है, मैदान बनाया गया जिथे खेडां प्रचलित कीतियां। ते उन्हां समयां दे विच मुख खेड जिहड़ी हुंदी सी मल अखाड़े, वो कायम कीते। मल अखाड़े दा भाव सी कि पहलवान जिहड़े सन ना वो तैयार कीते। ਇਹਦਾ ਭਾਵ अर्थ ये है कि गुरु साहब ने आपो अपने हर एक नूं शरीरक तौर पर रिश्ट पुष्ट या तंदुरुस्त होने की प्रेरणा जिहड़ी है दिती है। मल अखाड़े कीते, उत्थे जोर अजमाई नौजवान आके करते हैं, अपने शरीरां दा जोर उत्थे लाउंदे ने, घोल हुंदे ने, ते गुरु साहब उन्हां नूं फिर बड़ा सत्कार भी देंदे, मान सन्मान देंदे। देखा देखी ये जिहड़ियां खेडां होर भी प्रचलित होणीआं शुरू हो गईआं। गुरु घरां दे विचों खेडां मुक गईआं। गुरु गोबिंद सिंह महाराज ने भी यही कार्य किया सी। आ जिहड़े उत्थे शस्त्रां दे अभ्यास होने, दो जथे बना देने, उन्हां दी आपस दे विच जंग कराउणी, जंग कराउण तो बाद जिहड़े जित जांदे सन अपनी सूरमताई, अपनी बहादरी दा जिहड़ा प्रगटावा करदे सन, उन्हां नूं मान सन्मान दिता जांदा सी। एक दूजे वल वेख के हर एक अंदर जज्बा पैदा हुंदा कि मैं भी अपने आप दी इस तरह तैयारी करां। सो खेडां जिहड़ियां सन गुरु घरां विचों वो मुक गईआं। गुरु घरां दे विचों विद्यक अदारे जिहड़े सन ना, गुरु घर एक विद्यक अदारा है, ये भी खत्म हो गया। ये दो चीज़ां जिहड़ियां गुरु अंगद साहब ने प्रचलित कीतियां। अज दे समय दे विच वखरे स्कूल तां हो सकदे ने, पर वो एक बिजनेस के पक्ष तो मुख रख के ने, बिजनेस के पक्ष तो। पर गुरु साहिबान ने जिस गल नूं मुख रख के ये जिहड़ा विद्यक अदारा बनाया सी, बच्चियां नूं पढ़ाया जांदा, आप खुद उन्हां बच्चियां विच जाके गुरु साहिब नूं सिੱਖਿਆ देनी है। फिर जिथे मल अखाड़े हुंदे ने, खेडां खेड़ियां जांदियां, उत्थे जाके आप गुरु साहिब ने उहदा सारा प्रबंध वेखना। ते देखा देखी बहुत सारे बच्चे पढ़न आउण लग पए। इत्थे नौजवान जिहड़े सन अपने आप नूं अजमाउणा शुरू कर दिंदे ने, बच्चियां दे विच बह के बच्चियां नूं पढ़ाउणा। यही कारण है गुरु अंगद साहब महाराज जी नूं एक खिताब जांदा। पंजाबी भाषा बड़ी पुरातन भाषा है, पर जिहड़ी गुरमुखी लिपि है गुरु अंगद साहब महाराज ने शुरू की। गुरमुख लिपि हमेशा जिहड़ी भाषा हुंदी है उहदे विच समय समय दे नाल तब्दीली आउंदी है, बदलाव आउंदे ने। बहुत सारे शब्द जिहड़े कुछ पहला प्रचलित हुंदे ने, हौली हौली करके जदों वेखिया जांदा इन्हां दी लोड़ नहीं रहिंदी, वो शब्द भी अलोप हो जाते हैं। एक उन्होंने समा लगता। तो कई बार कुछ शब्द होंगे ने जिन्हों बारे वेख्या जाता भी एक घाट है, नवे शब्द जोड़े ने ना वो तैयार किए जाते, नवे शब्द सिरजे जाते हैं। यही कारण है कि जोड़े पंजाबी के जोड़े अखर सन उन्होंने विच फर्क पिया, लगा मात्रा विच फर्क पिया। असीं गुरु ग्रंथ साहिब जी की बाणी नूं पढ़ते हैं ना, तो कई बारी वो कुछ सज्जण कह देंगे ने कि गुरु जिहड़ा उहनूं पता नहीं सी,
ਉਹਨੂੰ ਪਤਾ ਨਹੀਂ ਸੀ ਵੀ ਇੱਥੇ ਆ ਅੱਖਰ ਲਾਉਣਾ ਜਾਂ ਆ ਮਾਤਰਾ ਵੱਧ ਲਾ ਦਿੱਤੀਆਂ, ਕਿਉਂ ਲਾ ਦਿੱਤੀਆਂ। ਜਦੋਂ ਸਰਲ ਸ਼ਬਦਾਵਲੀ ਦੇ ਵਿੱਚ ਅਸੀਂ ਗੁਰਬਾਣੀ ਨੂੰ ਪੜਾਂਗੇ ਤੇ ਕਈ ਵਾਰੀ ਸੱਜਣ ਜਿਹੜੇ ਨੇ ਇਹੋ ਜਿਹਾ ਜਿਹੜੇ ਉਹ ਕਰ ਦਿੰਦੇ ਨੇ, ਗੱਲਾਂ ਕਰਦੇ ਨੇ ਵੀ ਕੀ ਗੁਰੂ ਜਾਣ ਨਹੀਂ ਸੀ, ਉਹਨੂੰ ਪਤਾ ਨਹੀਂ ਸੀ। ਨਹੀਂ, ਗੁਰੂ ਸਭ ਕੁਝ ਜਾਣਦਾ, ਪਰ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਅੱਖਰ ਨਹੀਂ ਸਨ ਬਣੇ ਉਹਨਾਂ ਦੀ ਵਰਤੋਂ ਕਿਵੇਂ ਹੋ ਜਾਂਦੀ, ਉਹ ਸਾਡੀ ਭਾਸ਼ਾ ਦੇ ਵਿੱਚ ਬਾਅਦ ਵਿੱਚ ਆਏ ਨੇ। ਕੁਝ ਮਾਤਰਾ ਜਿਹੜੀਆਂ ਨੇ ਉਹਨਾਂ ਸਮਿਆਂ ਦੇ ਵਿੱਚ ਵਾਧੂ ਲਿਖੀਆਂ ਜਾਂਦੀਆਂ ਰਹੀਆਂ ਨੇ, ਉਹਦਾ ਵਿਆਕਰਣ ਰੂਪ ਤੌਰ ਤੇ ਉਹਦਾ ਅਸਰ ਪੈਂਦਾ, ਉਹ ਮਾਤਰਾ ਗਿਣੀਆਂ ਜਾਂਦੀਆਂ ਨੇ। ਕੁਝ ਮਾਤਰਾ ਜਿਹੜੀਆਂ ਨੇ ਅੱਜ ਦੇ ਸਮੇਂ ਤੇ ਕੁਝ ਸਮਾਂ ਪਹਿਲਾਂ ਪ੍ਰਚਲਿਤ ਸੀ, ਪਰ ਅੱਜ ਦੇ ਸਮੇਂ ਤੇ ਉਹਨਾਂ ਦੀ ਹੌਲੀ ਹੌਲੀ ਕਰਕੇ ਜਿਹੜੀ ਆ ਨਾ ਹੋਂਦ ਉਹ ਖਤਮ ਹੁੰਦੀ ਜਾ ਰਹੀ ਹੈ, ਕਿਉਂਕਿ ਉਹਨਾਂ ਦੀ ਲੋੜ ਨਹੀਂ ਰਹੀ। ਅੱਜ ਦੇ ਸਮੇਂ ਤੇ ਪੰਜਾਬੀ ਨੂੰ ਲਿਖੀਏ ਤੇ ਅਧਿਕ ਸ਼ਬਦ ਜਿਹੜਾ ਨਾ ਬਹੁਤ ਘੱਟ ਲਿਖਿਆ ਜਾਣ ਲੱਗ ਪਿਆ, ਹੌਲੀ ਹੌਲੀ ਕਰਕੇ ਘਟਣ ਲੱਗ ਪਿਆ। ਜੇ ਗੁਰਬਾਣੀ ਵਿੱਚ ਵੇਖ ਲਈਏ ਤੇ ਅਧਿਕ ਸ਼ਬਦ ਜਿਹੜਾ ਨਾ ਮਾਤਰਾ ਜਿਹੜੀ ਹੈ ਉਹ ਬਹੁਤ ਕਿਤੇ ਹੋ ਸਕਦਾ ਲਿਖੀ ਹੋਵੇ, ਨਹੀਂ ਤੇ ਲੱਗਦਾ ਨਹੀਂ ਕਿ ਬਾਣੀ ਦੇ ਵਿੱਚ ਅਧਿਕ ਸ਼ਬਦ ਮਾਤਰਾ ਜਿਹੜੀ ਉਹ ਹੋਵੇਗੀ। ਪੈਰ ਦੇ ਵਿੱਚ, ਸੱਸੇ ਦੇ ਪੈਰ ਦੇ ਵਿੱਚ ਬਿੰਦੀ ਜਿਹੜੀ ਹੈ ਪਾਉਣੀ, ਉਹ ਜਦੋਂ ਗੁਰਬਾਣੀ ਲਿਖੀ ਗਈ ਆ ਉਦੋਂ ਨਹੀਂ ਸੀ। ਜਦੋਂ ਗੁਰਬਾਣੀ ਉਚਾਰਨ ਕੀਤੀ ਉਹਨਾਂ ਸਮਿਆਂ ਵਿੱਚ ਨਹੀਂ ਸੀ। ਬਾਅਦ ਵਿੱਚ ਸੱਸੇ ਦੇ ਪੈਰ ਦੇ ਵਿੱਚ ਬਿੰਦੀ ਪਾ ਕੇ ਇੱਕ ਨਵਾਂ ਅੱਖਰ ਜਿਹੜਾ ਸੀ ਉਹ ਤਿਆਰ ਕੀਤਾ ਗਿਆ। ਨਹੀਂ ਤੇ ਜੇ ਅਸੀਂ ਜਿਹੜਾ ਇੱਕ ਸ਼ਬਦ ਹੈ ਇਹ 3 ਅੱਖਰਾਂ ਤੋਂ ਬਣਿਆ, ਤੇ ਜੇ ਬਿੰਦੀ ਤੋਂ ਬਿਨਾਂ ਬੋਲਾਂਗੇ ਤਾਂ ਸ਼ਬਦ ਬੋਲਿਆ ਜਾਵੇਗਾ। ਸ਼ਬਦ ਨਹੀਂ ਹੈ, ਇਹਦਾ ਅਸਲ ਸਰੂਪ ਹੈ ਸ਼ਬਦ। ਇਸੇ ਤਰ੍ਹਾਂ ਬਹੁਤ ਸਾਰੇ ਪੈਰ ਦੇ ਵਿੱਚ ਬਿੰਦੀ ਪਾ ਕੇ ਲਗਭਗ ਕੁਝ ਅੱਖਰ ਜਿਹੜੇ ਹੋਰ ਤਿਆਰ ਕੀਤੇ ਗਏ। ਪਹਿਲਾਂ ਅਸੀਂ ਬਾਣੀ ਵਿੱਚ ਵੇਖਦੇ ਹਾਂ ਪੈਰ ਦੇ ਵਿੱਚ ਜਿੱਥੇ ਰਾਰਾ ਸ਼ਬਦ ਪਾਇਆ ਜਾਂਦਾ ਹੈ ਉੱਥੇ ਵਾਵਾ ਵੀ ਆਇਆ, ਯਈਆ ਵੀ ਆਇਆ, ਐੜਾ ਵੀ ਆਇਆ, ਹਾਹਾ ਵੀ ਆਇਆ ਬਾਣੀ ਵਿੱਚ, ਪਰ ਅੱਜ ਦੇ ਸਮੇਂ ਦੇ ਵਿੱਚ ਉਹ ਨਹੀਂ ਲਿਖੇ ਜਾਂਦੇ। ਸੋ ਇਹ ਸਮੇਂ ਦੇ ਨਾਲ ਜਿਹੜੀ ਨਾ ਭਾਸ਼ਾ ਦੇ ਵਿੱਚ ਤਬਦੀਲੀ ਆਉਂਦੀ ਹੈ। ਖੈਰ ਇੱਕ ਵੱਖਰਾ ਰੂਪ ਹੈ, ਵੱਖਰੀ ਇਹ ਵਿਚਾਰ ਹੈ, ਬੜੀ ਲੰਬੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰਮੁਖ ਲਿਪੀ ਜਿਹੜੀ ਸੀ ਉਹ ਤਿਆਰ ਕੀਤੀ। ਪੰਜਾਬੀ ਭਾਸ਼ਾ ਜਿਹੜੀ ਉਹ ਪਹਿਲਾਂ ਤੋਂ ਸੀ, ਗੁਰਮੁਖ ਲਿਪੀ ਜਿਹੜੀ ਉਹ ਤਿਆਰ ਕੀਤੀ। ਇਹ 3 ਕਾਰਜ ਗੁਰੂ ਸਾਹਿਬ ਨੇ ਇੱਥੇ ਕੀਤੇ। ਔਰ ਇੱਕ ਕਾਰਜ ਹੋਰ ਸੀ ਕਿ ਜਿਹੜਾ ਲੰਗਰ ਹੈ, ਲੰਗਰ ਦੇ ਪ੍ਰਬੰਧ ਨੂੰ ਬੜੇ ਸੁਚਾਰੂ ਸੁਚੱਜੇ ਢੰਗ ਦੇ ਨਾਲ ਗੁਰੂ ਸਾਹਿਬ ਨੇ ਚਲਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ ਆਪ ਖੁਦ ਲੰਗਰ ਵਿੱਚ ਜਾ ਕੇ ਤੇ ਲੰਗਰ ਦੀ ਸੇਵਾ ਨਿਭਾਉਂਦੇ ਰਹੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਮਹਿਲ ਹੋਣ ਤੇ ਸਾਰੇ ਸਿੱਖਾਂ ਨੂੰ ਪਤਾ ਹੋਵੇ ਕਿ ਗੁਰਮਾਤਾ ਨੇ ਗੁਰੂ ਸਾਹਿਬ ਦੀ ਸੁਪਤਨੀ ਹੈ, ਮਹਿਲ ਹੈ, ਤੇ ਲੰਗਰ ਵਿੱਚ ਆ ਕੇ ਭਾਂਡੇ ਵੀ ਚੁੱਕਦੇ ਪਏ ਨੇ, ਲੰਗਰ ਵਿੱਚ ਆ ਕੇ ਭਾਂਡੇ ਵਰਤਾਉਂਦੇ ਵੀ ਪਏ ਨੇ। ਤੇ ਜੇ ਰੋਟੀਆਂ ਤੱਕ ਕਿ ਲੰਗਰ ਦਾ ਪ੍ਰਬੰਧ ਜਿਹੜਾ ਬਣ ਸਕਦੇ, ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਮੇਂ ਦਾ ਜਿਹੜਾ ਲੰਗਰ ਪ੍ਰਬੰਧ ਹੈ ਉਹਨੂੰ ਬਾਣੀ ਦੇ ਵਿੱਚ ਜਿਹੜਾ ਅਸੀਂ ਨਾ ਗੁਰੂ ਸਾਹਿਬਾਨ ਨੇ ਭਾਈ ਸੱਤਾ ਤੇ ਬਲਵੰਡ ਜੀ ਦੀ ਵਾਰ ਨੂੰ ਅਸੀਂ ਪੜ੍ਹੀਏ, ਉਹਦੇ ਵਿੱਚ ਉਹਨਾਂ ਨੇ 2 ਗੱਲਾਂ ਬੜੀਆਂ ਸੋਹਣੀਆਂ ਆਖੀਆਂ। 2 ਗੱਲਾਂ ਉਹ ਕਹਿੰਦੇ ਨੇ, ਲੰਗਰ ਚੱਲੇ ਹਰ ਤੋੜ ਨਾ ਆਵੇ ਖੱਟੀਐ। ਪਹਿਲੀ ਗੱਲ ਇਹ ਹੈ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਦੇ ਵਿੱਚ ਨੇ ਤੇ ਇੱਕ ਲੰਗਰ ਇੱਥੇ ਚੱਲਦਾ ਗੁਰੂ ਸ਼ਬਦ ਦਾ, ਤੇ ਗੁਰੂ ਸ਼ਬਦ ਦਾ ਜਿਹੜਾ ਲੰਗਰ ਵਰਤਾਇਆ ਜਾਂਦਾ ਸਾਡੀ ਆਤਮਿਕ ਭੁੱਖ ਨੂੰ ਦੂਰ ਕਰਦਾ ਪਿਆ। ਗੁਰੂ ਸ਼ਬਦ ਦਾ ਲੰਗਰ ਸਿੱਖਿਆ ਦੇ ਰੂਪ ਦੇ ਵਿੱਚ। ਤੇ ਦੂਜੀ ਗੱਲ, ਗੁਰੂ ਅੰਗਦ ਸਾਹਿਬ ਦੇ ਦਰ ਦੇ ਉੱਤੇ ਜਿਹੜਾ ਲੰਗਰ ਚੱਲਦਾ ਪਿਆ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਇਹਦਾ ਅਰਥ ਹੈ ਵੀ ਗੁਰੂ ਦੇ ਦਰ ਦੇ ਉੱਤੇ ਲੰਗਰ ਦੌਲਤ ਜਿਹੜੀ ਵੰਡੀ ਜਾਂਦੀ ਹੈ, ਲੰਗਰ ਚੱਲਦਾ ਪਿਆ ਹੈ, ਤੇ ਉਹਦੇ ਵਿੱਚ ਬਣਾਇਆ ਕੀ ਜਾ ਰਿਹਾ, ਬਹੁਤ ਉੱਤਮ ਕਿਸਮ ਦੇ ਪਦਾਰਥ ਤਿਆਰ ਕੀਤੇ ਜਾਂਦੇ ਨੇ, ਜਿਨ੍ਹਾਂ ਵਿੱਚ ਖਾਸ ਕਰਕੇ ਘਿਓ ਵਾਲੀ ਖੀਰ ਦਾ ਜ਼ਿਕਰ ਕੀਤਾ ਗਿਆ। ਤੇ ਸਾਡੀ ਖੀਰ ਜਿਹੜੀ ਹੈ ਉਹ ਅਸੀਂ ਇਹ ਵੇਖਦੇ ਹਾਂ ਵੀ ਦੁੱਧ ਤੇ ਹੋਵੇ, ਪਰ ਦੁੱਧ ਨਾਲੋਂ ਬਹੁਤਾ ਪਾਣੀ ਪਾ ਕੇ ਖੀਰ ਦਾ ਨਾਮ ਕਰ ਦਿੱਤਾ ਜਾਵੇ। ਨਾਮ ਜਿਹੜਾ ਉਹ ਖੀਰ ਹੋਵੇ, ਪਰ ਉਹਦੇ ਵਿੱਚੋਂ ਅਸਲ ਵਿੱਚ ਜਿੰਨੀ ਬਚਤ ਕੀਤੀ ਜਾ ਸਕੇ ਬਚਾ ਲਿਆ ਜਾਵੇ। ਤੇ ਗੁਰੂ ਦੇ ਦਰ ਦੇ ਉੱਤੇ ਉਹ ਲੰਗਰ ਦੀ ਇੱਕ ਉੱਤਮਤਾ ਜਿਹੜੀ ਸੀ ਉਹ ਬਿਆਨ ਕੀਤੀ, ਗੁਰਬਾਣੀ ਦੇ ਵਿੱਚ ਉਹਦਾ ਜ਼ਿਕਰ ਕੀਤਾ ਗਿਆ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੇ ਛਾਉ ਪਤਰਾਲੀ। ਉੱਥੇ ਜਿਹੜੀ ਬਲਵੰਡ ਖੀਵੀ ਦਾ ਅਰਥ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਮਹਿਲ ਮਾਤਾ ਖੀਵੀ ਜੀ।
जिस बहुत ही छाओ पतराली उन्हां दी बहुत वड्डी छां जिहड़ी है, जिवें किसी रुख की जिन्ना संघना ते उपरों फैलिया होया रुख होवेगा ना, उन्नी संघनी उहदी छां हुंदी है। इस तरह माता खीवी जी उन्होंने भी इस रूप में बयान किया गया भी उन्होंने भी छां बहुत ज़्यादा संघने पत्तियां वाली है। ਇਹਦਾ ਭਾਵ ਸੀ ਵੀ ਮਾਤਾ ਜੀ ਦਾ ਜਿਹੜਾ ਸਤਿਕਾਰ ਹੈ, ਮਾਤਾ ਜੀ ਦਾ ਅਦਬ ਲੋਕਾਂ ਦੇ ਵਿੱਚ, ਸੰਗਤਾਂ ਦੇ ਵਿੱਚ ਜਿਹੜਾ ਉਹਨਾਂ ਦਾ ਮਾਣ ਸਨਮਾਨ ਸੀ, ਬੜਾ ਪ੍ਰਭਾਵ ਸੀ ਉਹਨਾਂ ਦਾ। ਤੇ ਗੁਰੂ ਮਹਿਲ ਹੋ ਕੇ ਉਹਨਾਂ ਦੇ ਉਹ ਪ੍ਰਬੰਧ ਸੰਭਾਲੇ ਨੇ। ਪ੍ਰਬੰਧ ਕੇਵਲ ਇਹ ਨਹੀਂ ਸੀ ਵੀ ਉੱਥੇ ਟੋਕਾ ਟਕਾਈ ਕਰਨ ਵਾਸਤੇ, ਪ੍ਰਬੰਧ ਦਾ ਮਤਲਬ ਸੀ ਵੀ ਆਪ ਨਾਲ ਹੋ ਕੇ ਕੰਮ ਕੀਤਾ ਜਾਂਦਾ ਸੀ। ਅਸੀਂ ਬੜੀ ਵਾਰੀ ਵਿਚਾਰ ਪਿੱਛੇ ਜੇ ਵੀ ਕੀਤੀ ਕਿ ਕਿਸੇ ਤਸਵੀਰ ਦੇ ਵਿੱਚ ਇਹ ਨਿਸ਼ਾਨੀਆਂ ਤੇ ਲਾ ਦੇਣੀ काम है भी आ भी गलत है, आ भी गलत है, आ भी ठीक नहीं, आ भी ठीक नहीं, पर आप खुद वो कलम लैके ते जिहड़ी चीज़ नूं आप असीं गलत कह रहे हैं ठीक करना जिहड़ा वो सौखा नहीं, बड़ा ये सिद्धांत बना दिता जाए ना भी जिथे गलती उहनूं ठीक करके दसो भी किवें होना, वो फिर नहीं हुंदा। गुरु अंगद साहिब महाराज दे दर ते ये कार्य हुंदा आया। ਇਹਦੇ ਤੋਂ ਅੱਗੇ ਗੁਰਬਾਣੀ ਦੀਆਂ ਪੋਥੀਆਂ ਜਿਹੜੀਆਂ ਉਹ ਲਿਖਣੀਆਂ, ਗੁਰਬਾਣੀ ਨੂੰ ਲਿਖਣਾ, ਤੇ ਇੱਥੋਂ ਤੱਕ ਕਿ ਜਿਹੜੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਜੀਵਨ ਸੀ ਨਾ, ਉਹਨੂੰ ਵੀ ਉਹਨਾਂ ਨੇ ਕਲਮਬੱਧ ਕਰਵਾਇਆ, ਲਿਖਵਾਇਆ। ਉਹਨਾਂ ਦੇ ਜੀਵਨ ਦੀਆਂ ਪ੍ਰਚਲਿਤ ਘਟਨਾਵਾਂ ਜਿਹੜੀਆਂ ਸਨ ਉਹਨਾਂ ਨੂੰ ਲਿਖਤੀ ਰੂਪ ਜਿਹੜਾ ਸੀ ਉਹ ਦਿਵਾਉਣਾ ਸ਼ੁਰੂ ਕੀਤਾ। ਬਾਅਦ ਵਿੱਚ ਉਹਨਾਂ ਵਿੱਚ ਮਿਲਾਵਟਾਂ ਵੀ ਹੋਈਆਂ, ਪਰ ਉਹ ਜਿਹੜੀ ਜਨਮ ਸਾਖੀ ਦੇ ਰੂਪ ਦੇ ਵਿੱਚ ਜਿਹੜਾ ਸੀ ਉਹ ਸਾਹਮਣੇ ਆਇਆ। तो इस तरह गुरु नानक साहब गुरु अंगद साहब महाराज ने गुरियाई का जो समा मिलिया ना, वो 13 साल का समा, तो 13 सालों के उन्होंने बहुत सुचज्जे ढंग के नाल नानक दे संभालिया ही नहीं, निभाया भी है। दो गल्लां हुंदियां ने, जिम्मेवारी लै लैनी बहुत वड्डा कारज नहीं है, जिम्मेवारी लै लैनी बहुत वड्डा कारज नहीं है, पर जिम्मेवारी नूं सुचज्जे ढंग दे विच निभाउणा असल दे विच फिर पता लगदा कि जिम्मेवारी निभाउण दे विच काबलियत किन्नी है। गुरु करके योग्यता नूं पहल दित्ती गई सी। जिस दिन गुरु नानक साहब महाराज ने वेखिया सी सिख बड़े ने, भाई लैणा जी तो सन 1532 विच आए ने, वो तो करतारपुर वस चुका है, करतारपुर दे विच संगतां आउंदियां पईयां ने, धर्मशाला कायम है, धर्मशाला दे विच बड़े प्रबंध चलते पे उन्होंने समयां ते आए। पर उन्होंने तो पहला बड़े होर सिख सन गुरु नानक साहब जी दे, जिहड़े नाल रहिंदे रहे ने, सेवावां निभाउंदे रहे ने, पर उन्होंने लैणा जी बन गए। क्यों? क्योंकि भाई लैणा जी ने जदों अपने आप नूं गुरु नानक दे जिहड़े वो बोल सन ना भी ये मेरे राज का धनी है तो मैं लैण वास्ते चलिया, ते आखिया सी ना भी जे जिहड़े लैण वाले हुंदे ना घोड़ियां ते चढ़ के ही आउंदे ने, वो शब्द उन्होंने दिल में वस गए हैं। उन्होंने हिरदे के अंदर गुरु नानक साहब की सोच, गुरु नानक साहब की विचार इस कदर बस गई सी कि भाई लैणे ने गुरु नानक दे सेवक की ते गुरु की गल जिहड़ी है ना बड़ी सुचज्जे ढंग नाल कीती है। आसा दी वार में बहुत सारे श्लोक ने जिहदे विच एक सेवक किहो जिहा होना चाहिए, एक सेवक का किरदार किहो जिहा होना चाहिए, गुरु के प्रति उसकी समर्पित भावना किहो जी होनी चाहिए है, तो गुरु के दर के उत्ते वो सिख जिहड़ा किवें मान पा सकता है। इस संबंध में बड़े विचार होते। नानक आशिक एह ना आखिए लिखे एक नहीं जे दूजा लगे, जे एक सिख जिहड़ा ते गुरु नूं मन की मर्जी कह दईए भी ये गुरु की मत है, गुरु की मर्यादा है, साडा ये जिहड़ा सुभाव बन गया। गुरु की मत दे नूं असीं अपनी मर्जी दे नाल लागू करना चाहुंदे, गुरु की मत नूं गुरु की मत नहीं रहण देंदे, असीं अपनी मत नूं गुरु की मत बना देंदे हां। ते सिख दा फर्ज की है भी चंगा चंगा कर मन्ने, मंदा मंदा हो। सो गुरु नानक साहब गुरु अंगद साहब महाराज जी के जीवन के विचों सिखियावां विचार ते उपदेश सानू धारण करने वास्ते जो प्राप्त होंदे मिलते, उन्होंने जीवन में अपना के
गुरु के नक्शे पर कोशिश करिए। गुरु की बाणी, गुरु की वडियाई अगाध बोध है। विचारा करदियां होइयां भुल्लां दी माफ़ी बख्शनी। धन गुरु अंगद साहब महाराज जी के गुरता गद्दी दिवस से अज का ये जो विशेष समागम से रखा गया है। सतगुरु पातशाह कृपा करन सानू सारियां नूं गुरु की मत अपने अंदर अपनाउण दी समझ ते सूझी आवे। वाहिगुरू जी का खालसा, वाहिगुरू जी की फतेह।